ਜਿਹੜੇ ਅਸੀਂ ਨੈਸ਼ਨਲ ਲੈਵਲ ਤੇ ਸ਼ਾਪਿੰਗ। ਧੰਨਵਾਦ ਜੰਮੂ ਜੀ। ਆਇਓ ਨੋਨੀ ਸਾਹਿਬ ਤੁਸੀਂ ਬੜੀ ਬੇਬਾਕੀ ਦੇ ਨਾਲ ਜਿਹੜੇ ਪੱਤਰਕਾਰਾਂ ਦੇ ਮਸਲੇ ਆ ਉਹ ਉਠਾਏ ਨੇ। ਸਾਡੇ ਵਿੱਚ ਹਰੀਸ਼ ਬਾਟਾਵਾਲਾ ਜੀ, ਮਕੇਸ਼ ਅਟਵਾਲ ਜੀ, ਸੰਦੀਪ ਜੀ ਆਏ ਨੇ, ਸੁਨੀਲ ਸਮਰ ਜੀ ਆਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਅਸੀਂ ਪ੍ਰੋਗਰਾਮ ਦੇ ਸਿਖਰ ਵੱਲ ਵੱਧ ਰਹੇ ਹਾਂ। ਜੰਮੂ ਜੀ ਨੇ ਆਪਣੇ ਵਡਮੁੱਲੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਹੁਣ ਸਾਡੇ ਇਸ ਸਮਾਗਮ ਦੇ ਜਿਹੜੇ ਮੁੱਖ ਪ੍ਰਾਹੁਣੇ ਨੇ, ਮੁੱਖ ਮਹਿਮਾਨ ਨੇ ਅਮਨ ਅਰੋੜਾ ਜੀ, ਉਹ ਤੁਹਾਡੇ ਨਾਲ ਜਿਹੜੇ ਆਪਣੇ ਵਿਚਾਰ ਆ ਉਹ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਅੰਤ ਵਿੱਚ ਸਾਡੇ ਜਿਹੜੀ ਜਥੇਬੰਦੀ ਦੇ ਪ੍ਰਧਾਨ ਨੇ ਬਲਵੀਰ ਜੰਡੂ ਜੀ, ਉਹ ਪ੍ਰਧਾਨਗੀ ਭਾਸ਼ਣ ਦੇਣਗੇ। ਮੇਰੀ ਗੁਜ਼ਾਰਿਸ਼ ਆ ਅੱਜ ਦੇ ਸਾਡੇ ਜਿਹੜੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਮਨ ਅਰੋੜਾ ਜੀ ਨੂੰ ਕਿ ਉਹ ਮੰਚ 'ਤੇ ਆਉਣ ਅਤੇ ਆਪਣੇ ਜਿਹੜੇ ਵਿਚਾਰ ਆ ਵਡਮੁੱਲੇ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਅਮਨ ਅਰੋੜਾ ਜੀ। बहुत ही ਭਾਰਤ ਦੇ ਸਤਿਕਾਰਯੋਗ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਔਰ ਮੰਚ ਉੱਤੇ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਸਰਬਜੋਤ ਸਿੰਘ ਜੀ ਜੰਮੂ ਸਾਹਿਬ, ਸਰਬਜੀਤ ਸਿੰਘ ਜੀ ਜੰਡੂ ਜੀ, ਪਾਲ ਸਿੰਘ ਨੌਲੀ ਜੀ ਰਾਜ ਸਾਹਿਬ और बहुत ही सत्कारयोग डॉक्टर प्यारे लाल गर्ग जी, सरवीर सिंह जी, सारे सत्कारयोग साथियों, ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਚੇਚੇ ਤੌਰ ਦੇ ਉੱਪਰ ਧੰਨਵਾਦ ਜੱਗ ਸਾਹਿਬ ਹੋਣਾ ਦਾ, ਸ਼ਕਰ ਸਾਹਿਬ ਹੋਣਾ ਦਾ ਕਿ ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਔਰ ਮੌਕਾ ਬਖਸ਼ਿਆ ਕਿ ਇੱਥੇ ਅੱਜ ਤੁਹਾਡੇ ਸਾਰਿਆਂ ਦੇ ਵਿੱਚ ਆ ਕੇ ਤੁਹਾਡੇ ਨਾਲ ਰੂਬਰੂ ਹੋ ਸਕੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਥੀਓ, मैं समझदा कि जिस इंटलैक्चुअल लेवल के सत्कारयोग साथी मेरे को सारे उम्र के तजर्बे के बहुत बड़े ने, बहुत सीनियर ने, जिस तरीके दी गल्लां और जिस तरीके के अपने एक्सपीरियंसिस शेयर करके गए ने, उन्होंने एक्सपीरियंसिस शेयर करने तो बाद कुछ रह नहीं जाता। और मैं उन्होंने सारे के ही विचारों को तारीफ करदा, उन्होंने सम्मान सहित उन्होंने मैं एक्सैप्ट करदा। और नाल ये भी ऐड करना चाहूँगा कि ये कोई दो राय नहीं है कि मीडिया जिहड़ा जर्नलिज्म है जिहड़ा वो जिवें आपां नॉर्मली कह दिंदे आ कि मीडिया जिहड़ा वो डेमोक्रेसी का चौथा पिलर है, समाज का, देश का आईना हुंदा है जर्नलिज्म मीडिया। और जदों आप चैलेंजिस की गल करते हैं तो चैलेंजिस भी मैं समझदा कि जिन्ने बड़े चैलेंज तुहाडे सामने हुंदे ने उहदा भी कोई अंत हिसाब है नहींगा, क्योंकि चाहे कोई औखा समा होवे, चाहे कोई सौखा समा होवे, चाहे कोई भीड़ पई होवे, चाहे कोई सुखाले समय दे विच देश समाज निकलदा होवे, तुहानूं बड़े बैलेंस तरीके दे नाल, क्योंकि एक लफ्ज़ भी इधर का उधर, एक शब्द का भी हेर फेर उधर या उधर, सारी की सारी स्टोरी नूं, सारी सारी कहानी नूं, सारी सारी रिपोर्टिंग नूं इधर तो उधर भी कर सकता है। और उहदियां इंप्लीकेशनस ने जिहड़ियां ओह बेतहाशा इंप्लीकेशन ने जिहड़ियां वो हो सकदियां ने और हुंदियां भी ने, आपां नॉर्मली देखदे हैं। और मैं समझदा कि अज दे समयां दे विच ਤੁਹਾਡਾ पेशा है, ਤੁਹਾਡਾ किता होर भी औखा हो जाता है, होर भी मुश्किल भरिया हो जाता है। जद अज की डेट दे विच जिवें गर्ग साहब कह के गए या जम्मू साहब ने गल की कि जिस तरीके का माहौल है जिहड़ा ओवरऑल कंट्री दे विच पिछले तकरीबन 8-7 साल तो 10 साल तो बन रहा है कि गोदी मीडिया की गल चलती है, मीडिया नूं किवें साइलेंट करके रखना है, मीडिया के उपर किवें कंट्रोल करके रखना है, मीडिया नूं दियां तंदां किवें आपदे हत्थां दे विच रखणियां ने। ये समा भी पिछले 8-10 साल तो जिथे बनना शुरू है, उत्थे उन्हां समयां दे विच
हो सकता है ਜਿਹੜੇ ਇੰਟਰਸਟ ਨੇ, ਚਾਹੇ ਉਹ ਪੋਲੀਟੀਕਲ ਇੰਟਰਸਟ ਨੇ, ਚਾਹੇ ਉਹ ਕਾਰਪੋਰੇਟ ਇੰਟਰਸਟ ਨੇ, ਤੇ ਚਾਹੇ ਤੁਹਾਡੇ ਜਿਹੜੇ ਚਾਹੇ ਚੈਨਲਸ ਨੇ ਜਾਂ ਪ੍ਰਿੰਟ ਮੀਡੀਆ, ਉਹ ਕਿਤੇ ਨਾ ਕਿਤੇ ਸ਼ਾਇਦ ਇੰਟਰਸਟ ਨੇ ਜਿਹੜੇ ਉਹ ਮੇਲ ਖਾ ਵੀ ਜਾਂਦੇ ਹੋਣਗੇ, ਪਰ ਉਹਦਾ ਸਭ ਤੋਂ ਵੱਧ ਖਮਿਆਜ਼ਾ ਵੀ ਔਰ ਉਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਵੱਧ ਫੰਕਸ਼ਨਿੰਗ ਜੇ ਕਿਸੇ ਦੀ ਔਖੀ ਹੋ ਜਾਂਦੀ ਹੈ ਤਾਂ ਉਹ ਤੁਹਾਡੀ ਲੋਕਾਂ ਦੀ ਹੋ ਜਾਂਦੀ ਹੈ, ਜਿਹੜੇ ਕਿ ਜਿਨ੍ਹਾਂ ਦੀ ਸ਼ਾਇਦ ਅੰਦਰੋਂ ਆਤਮਾ ਤਾਂ ਹੁੰਦੀ ਹੈ ਕਿ ਸਹੀ ਆ ਹੈ, ਪਰ ਇਹਨੂੰ ਰੂਪ ਜਾਂ ਇਹਨੂੰ ਮੋੜਾ ਕਿਵੇਂ ਦਈਏ, ਉੱਥੇ ਤੁਹਾਡੇ ਕੰਮ ਨੇ ਜਿਹੜੇ ਹੋਰ ਵੀ ਮੁਸ਼ਕਿਲ ਹੋ ਜਾਂਦੇ ਨੇ, ਕੋਈ ਦੋ ਰਾਏ ਨਹੀਂ ਹੈ। ਔਰ ਸੈਕੰਡਲੀ ਅੱਜ ਦੀ ਤਾਰੀਖ ਦੇ ਵਿੱਚ ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਜਦ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਸਮੇਂ ਦੇ ਵਿੱਚ ਹਰ ਕੋਈ ਵਿਅਕਤੀ ਜਿਹਦੇ ਹੱਥ ਦੇ ਵਿੱਚ ਮੋਬਾਈਲ ਫੋਨ ਹੈ, ਜਿਹੜਾ ਕਿ ਅੱਜ ਦੀ ਤਾਰੀਖ 'ਚ ਸਾਰਿਆਂ ਦੇ ਹੱਥ 'ਚ ਦੋ ਨੇ, ਉਹ ਆਪ ਹੀ ਐਡੀਟਰ ਇਨ ਚੀਫ ਨੇ, ਆਪ ਹੀ ਐਡੀਟਰ ਨੇ, ਆਪ ਹੀ ਸਕ੍ਰਿਪਟ ਰਾਈਟਰ ਨੇ, ਆਪ ਹੀ ਜਰਨਲਿਸਟ ਨੇ ਤੇ ਆਪ ਹੀ ਰੀਡਰ ਨੇ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਹਾਡਾ ਕੰਮ ਹੈ ਜਿਹੜਾ ਉਹ ਹੋਰ ਵੀ ਮੁਸ਼ਕਿਲ ਹੋ ਜਾਂਦਾ, ਇਹ 'ਚ ਕੋਈ ਦੋ ਰਾਇਆ ਨਹੀਂ ਆ। ਪਰ ਮੈਂ ਸਮਝਦਾ ਕਿ ਚੈਲੰਜਸ ਦੇ ਵਿੱਚੋਂ ਹੀ ਓਪਰਚੁਨਿਟੀਜ਼ ਨੇ ਜਿਹੜੀਆਂ ਉਹ ਨਿਕਲ ਕੇ ਆਉਂਦੀਆਂ ਨੇ, ਤੇ ਇਸ ਸਮੇਂ ਦੇ ਵਿੱਚ ਜਦੋਂ ਇਹੋ ਜਿਹਾ ਮਾਹੌਲ ਬਣਦਾ ਹੋਵੇ, ਉਸ ਸਮੇਂ ਆਪਦੀ ਕ੍ਰੈਡੀਬਿਲਿਟੀ, ਚਾਹੇ ਕੋਈ ਇੰਡੀਪੈਂਡੈਂਟ ਇੰਡੀਵਿਜੂਅਲ ਪੱਤਰਕਾਰ ਹੈ ਜਾਂ ਕੋਈ ਚਾਹੇ ਮੀਡੀਆ ਹਾਊਸ ਹੈ, ਚਾਹੇ ਇਲੈਕਟ੍ਰੋਨਿਕ ਮੀਡੀਆ ਚਾਹੇ ਪ੍ਰਿੰਟ ਮੀਡੀਆ, ਉਹਦੇ ਵਿੱਚ ਆਪਦੀ ਇੱਕ ਇੰਡੀਪੈਂਡੈਂਟ ਸਟੈਂਡ ਅਲੋਨ, ਆਪਦੀ ਪਛਾਣ, ਆਪਦੀ ਦਿੱਖ, ਆਪਦੀ ਨਿਊਟਰੈਲਿਟੀ ਬਣਾ ਕੇ ਰੱਖਣੀ ਜਿੱਥੇ ਔਖੀ ਹੈ। ਪਰ ਇੱਕ ਗੱਲ ਇਹ ਵੀ ਹੈ ਕਿ ਜਿਹੜਾ ਬਣਾ ਗਿਆ ਉਹ ਫਿਰ ਚੱਲੂਗਾ ਲੰਬਾ, ਜਿਹੜਾ ਬਣਾ ਗਿਆ ਉਹ ਚੱਲੂਗਾ ਲੰਬਾ। ਔਰ ਇਹ 'ਚ ਮੈਂ ਗਰਗ ਸਾਹਿਬ ਦੀਆਂ ਗੱਲਾਂ ਦੇ ਨਾਲ ਸਹਿਮਤ ਹਾਂ। ਇਹਨਾਂ ਨੇ ਕਿਹਾ ਕਿ ਜਿਹੜੇ ਲੋਕ ਨੇ ਉਹ ਪੱਤਰਕਾਰ ਵੀ ਨੇ, ਕਿਉਂਕਿ ਜਦੋਂ ਚੌਥਾ ਪਿਲਰ ਹੋ ਜਿੱਥੇ ਕਿਤੇ ਐਗਜ਼ੈਕਟਿਵ ਗਲਤ ਕਰੂਗੀ, ਉੱਥੇ ਲੈਜਿਸਲੇਚਰ ਦਾ ਕੰਮ ਹੈ ਉਹਨੂੰ ਕੰਟਰੋਲ ਦੇ ਵਿੱਚ ਰੱਖਣਾ, ਉਹਨੂੰ ਆਇਨਾ ਦਿਖਾਉਣਾ। ਜਿੱਥੇ ਕਿਤੇ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਲੈਜਿਸਲੇਚਰ ਗਲਤ ਕਰੂਗੀ, ਪੋਲੀਟੀਕਲ ਲੋਕ ਜਾਂ ਸਰਕਾਰਾਂ ਗਲਤ ਕਰਨਗੀਆਂ, ਤੇ ਉੱਥੇ ਕੰਮ ਜਾਂ ਇੱਕ ਪਾਸੇ ਜੁਡੀਸ਼ਰੀ ਦਾ ਰਹਿ ਜਾਂਦਾ ਹੈ ਤੇ ਜਾਂ ਦੂਜੇ ਪਾਸੇ ਮੀਡੀਆ ਦਾ ਰਹਿ ਜਾਂਦਾ। ਜੁਡੀਸ਼ਰੀ ਵਾਲਾ ਪ੍ਰੋਸੈਸ ਕਿਉਂਕਿ ਬਹੁਤ ਲੰਬਾ ਹੁੰਦਾ ਹੈ, ਸੋ ਇੰਸਟੈਂਟ ਜੇ ਮੈਂ ਸਮਝਦਾ ਕਿ ਕਿਸੇ ਨੂੰ ਜੇ ਸਹੀ ਰਾਹ ਤੇ ਉਤਰੀ ਹੋਈ ਪਗਡੰਡੀ ਤੋਂ ਉਤਾਰਨ ਦਾ ਜੇ ਕੋਈ ਕੰਮ ਹੈ, ਉਹ ਮੀਡੀਆ ਉਹਦਾ ਕਰਨਾ ਬਣਦਾ। ਔਰ ਮੈਂ ਬਿਲਕੁਲ ਉਹਨਾਂ ਦੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹਾਂ, ਪਰ ਨਾਲ ਮੈਂ ਇੱਕ ਚੀਜ਼ ਹੋਰ ਵੀ ਜ਼ਰੂਰ ਇਹਦੇ 'ਚ ਐਡ ਕਰਨਾ ਚਾਹੂੰਗਾ ਕਿ ਇਹਦੇ 'ਚ ਸਿਰਫ ਔਰ ਸਿਰਫ ਆਪਣਾ ਜੋ ਪੰਜਾਬ ਦੇ ਵਿੱਚ ਕਦੇ ਕਦੇ ਤਾਂ ਇਹ ਦੇਖ ਕੇ, ਇਹ ਸਮਝ ਕੇ, ਇਹ ਅਹਿਸਾਸ ਕਰਕੇ, ਮਹਿਸੂਸ ਕਰਕੇ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਜਿੰਨੀਆਂ ਖਬਰਾਂ ਤੁਸੀਂ ਪੇਪਰ ਚੱਕ ਕੇ ਦੇਖ ਲਓ, ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਮੇਰੇ ਜੇ ਮੈਂ ਜ਼ਾਤੀ ਤੌਰ ਤੇ ਗੱਲ ਕਰਾਂ ਤਾਂ ਜਦੋਂ ਦੇ ਸਮਾਜਿਕ ਕੰਮਾਂ ਦੇ ਵਿੱਚ ਜਾਂ ਪੋਲੀਟੀਕਲ ਫੀਲਡ ਦੇ ਵਿੱਚ ਹੈਗੇ, ਚਾਹੇ ਸਾਡੇ ਸਮਾਨ ਸਰੂਪ ਦਾ ਮੀਡੀਆ ਹੋਇਆ ਮੇਰੇ ਹਲਕੇ ਦਾ, ਚਾਹੇ ਚੰਡੀਗੜ੍ਹ ਦਾ ਪਿਛਲੇ 6-7 ਸਾਲਾਂ ਤੋਂ 8 ਸਾਲਾਂ ਤੋਂ ਜਦੋਂ ਦਾ ਚੰਡੀਗੜ੍ਹ ਦੇ ਮੀਡੀਆ ਦੇ ਸਾਥੀਆਂ ਨਾਲ ਵਾਹ ਪਿਆ, ਮੇਰਾ ਜ਼ਾਤੀ ਤੌਰ ਤੇ ਨਿੱਜੀ ਤੌਰ ਤੇ ਬਹੁਤ ਵਧੀਆ ਭਰਾਵਾਂ ਵਾਲੇ ਰਿਲੇਸ਼ਨ ਨੇ ਜਿਹੜੇ, ਉਹ ਸਾਰਿਆਂ ਨਾਲ ਬੜੇ ਨਿੱਘੇ ਸੰਬੰਧ ਹੈਗੇ। ਪਰ ਕਿਤੇ ਨਾ ਕਿਤੇ ਇੱਕ ਚੀਜ਼ ਜਿਹੜੀ ਕਦੇ ਕਦੇ ਡਿਸਟਰਬ ਕਰਦੀ ਹੈ, ਸ਼ਾਇਦ ਤੁਹਾਨੂੰ ਵੀ ਕਦੇ ਕਰਦੀ ਹੋਊਗੀ, ਕਿ ਜਿੰਨੀਆਂ ਨਿਊਜ਼ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਚਾਹੇ ਉਹ ਪ੍ਰਿੰਟ ਮੀਡੀਆ ਦੇ ਵਿੱਚ ਹੁੰਦੀਆਂ ਨੇ ਤੇ ਚਾਹੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਹੁੰਦੀਆਂ ਨੇ, ਮੋਰ ਔਰ ਲੈਸ ਜਿਹੜਾ ਨੈਗੇਟਿਵਿਟੀ ਵਾਲਾ ਕੰਟੈਂਟ ਹੈ ਨਾ ਜੀ, ਨੈਗੇਟਿਵਿਟੀ ਵਾਲਾ ਕੰਟੈਂਟ ਹੈ ਜਿਹੜਾ, ਉਹ ਬਹੁਤ ਵੱਡੇ ਪੱਧਰ ਦੇ ਉੱਪਰ ਵੱਧ ਚੁੱਕਿਆ, ਜਿਹਦੇ ਚੋਂ ਕਦੇ ਕਿਤੇ ਆਪ ਸੋਚੀਦਾ ਹੈ ਵੀ ਯਾਰ ਆਪਾਂ ਕਿਸ ਪਾਸੇ, ਕਿਹੜੀਆਂ ਸਰਕਾਰਾਂ ਦੀ, ਕਿਹੜੇ ਪੋਲੀਟੀਕਲ ਸਿਸਟਮ ਦੀ ਜਾਂ ਕਿਹੜੇ ਸਮਾਜ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਜਿੱਥੇ ਨੈਗੇਟਿਵਿਟੀ ਹੈ ਜਿਹੜੀ। ਔਰ ਇਹਦੇ 'ਚ ਉਹਦੇ 'ਚ ਜੇ ਮੈਂ ਕਿਸੇ ਇੱਕ ਨੂੰ ਬਲੇਮ ਕਰਾਂ ਤਾਂ ਨਾ, ਮੈਂ ਗਲਤ ਹੋਊਂਗਾ। ਮੈਂ ਕਹਿੰਦਾ ਕਿ ਇਹ ਸਾਰੀ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੈ ਜਿਹੜੀ, ਉਹ ਜਿੱਥੇ ਸਮਾਜ ਦੀ ਜ਼ਿੰਮੇਵਾਰੀ ਹੈ, ਸਮਾਜ ਤੋਂ ਵੱਧ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਸਰਕਾਰਾਂ ਦੇ ਕੰਮ ਨੂੰ ਕਲੈਕਟਿਵਲੀ ਨਿਊਟਰਲ ਤਰੀਕੇ ਦੇ ਨਾਲ ਇਹ ਹੁਣ ਕੁਛ ਹੱਦ ਤੱਕ ਮੀਡੀਆ ਦੀ ਆਦਤ ਵੀ ਸ਼ਾਇਦ ਬਣ ਗਈ ਜਾਂ ਮਜਬੂਰੀ ਬਣ ਗਈ ਕਿ ਲੋਕਾਂ ਦਾ ਰੁਝਾਨ ਜਿਹੜਾ ਆਪਣੇ ਖਾਸ ਤੌਰ 'ਤੇ, ਕਿਉਂਕਿ ਪੰਜਾਬੀ ਬੜੇ ਰੈਵੋਲਿਊਸ਼ਨਰੀ ਤੇ ਹਰੇਕ ਚੀਜ਼ ਨੂੰ ਬੜੇ ਐਗਰੈਸਿਵਲੀ ਦੇਖਣਾ ਪਸੰਦ ਕਰਦੇ ਨੇ, ਉਹ ਇੱਕ
ਨੈਗੇਟਿਵਿਟੀ ਵਾਲਾ ਮਾਹੌਲ ਹੈ ਜਿਹੜਾ ਉਹ ਕਿਤੇ ਨਾ ਕਿਤੇ ਗਾਹੇ ਵਗਾਹੇ ਉਹ ਕ੍ਰੀਏਟ ਹੋ ਜਾਂਦਾ, ਜਿਹੜਾ ਕਿ ਮੈਂ ਸਮਝਦਾ ਕਿ ਆਪਾਂ ਨੂੰ ਜਿਵੇਂ ਮੈਂ ਸਪੋਜ਼ ਇੱਕ ਐਗਜ਼ਾਮਪਲ ਦਊਂਗਾ, ਜਿਵੇਂ ਪਿਛਲੇ ਸਮੇਂ ਦੇ ਵਿੱਚ ਅਸੀਂ ਮੁਹੱਲਾ ਕਲੀਨਿਕ ਸੀ ਜਿਹੜੇ ਪੰਜਾਬ ਨੇ ਉਹ ਸ਼ੁਰੂ ਕੀਤੇ। ਇੱਕ ਦੋ ਦਿਨਾਂ ਬਾਅਦ ਕਿਤੇ ਇੱਕ ਮੁਹੱਲਾ ਕਲੀਨਿਕ ਦੇ ਵਿੱਚੋਂ ਇੱਕ ਡਾਕਟਰ ਉਹਨਾਂ ਦੇ ਅੱਗੇ ਫਰਦਰ ਐਡਮਿਸ਼ਨ ਹੋ ਗਈ ਸੀਗੀ, ਉਹ ਛੱਡ ਕੇ ਚਲੇ ਗਏ। ਉਸੇ ਦੀ ਖਬਰ ਸੀ ਜਿਹੜੀ ਏਡੀ ਵੱਡੀ ਸੀਗੀ, ਬਾਕੀ ਜਿੱਥੇ 74 ਕੰਮ ਕਰ ਰਹੇ ਨੇ ਉੱਥੇ ਕਿਸੇ ਨੇ ਮੈਂਸ਼ਨ ਨਹੀਂ ਕੀਤਾ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਟੋਟੈਲਿਟੀ ਦੇ ਵਿੱਚ ਜਦੋਂ ਪੱਤਰਕਾਰੀ ਹੋਵੇ ਨਾ ਜੀ, ਤੇ ਉਹ ਆਈ ਥਿੰਕ ਥੋੜਾ ਜਿਹਾ ਬੈਟਰ ਹੁੰਦਾ ਹੈ। ਔਰ ਮੈਂ ਸਮਝਦਾ ਕਿ ਆਪਣਾ ਫਿਰ ਵੀ ਚੰਡੀਗੜ੍ਹ ਦਾ ਮੀਡੀਆ, ਪੰਜਾਬ ਦਾ ਮੀਡੀਆ, ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਰੋਲ ਰਿਹਾ ਔਰ ਇਹਦੇ 'ਚ ਰਲ ਮਿਲ ਕੇ ਆਪਾਂ ਨੂੰ ਚੱਲਣ ਦੀ, ਕਿਉਂਕਿ ਜਿੱਥੇ ਤੱਕ ਸਮਾਜ ਦੀ ਗੱਲ ਹੈ, ਕਿਉਂਕਿ ਜ਼ਿੰਮੇਵਾਰੀ ਹੈ, ਚਾਹੇ ਕੋਈ ਪੋਲੀਟੀਕਲ ਕਲਾਸ ਹੈ, ਚਾਹੇ ਕੋਈ ਬਿਊਰੋਕ੍ਰੈਟਿਕ ਕਲਾਸ ਹੈ, ਚਾਹੇ ਮੀਡੀਆ ਜਰਨਲਿਜ਼ਮ ਦੇ ਨਾਲ ਤੁਸੀਂ ਲੋਕ ਸੰਬੰਧਿਤ ਹੋ, ਜ਼ਿੰਮੇਵਾਰੀ ਸਾਰਿਆਂ ਦੀ ਇੱਕ ਹੀ ਬਣ ਜਾਂਦੀ ਹੈ ਕਿ ਸਮਾਜ ਨੂੰ ਸਹੀ ਰਸਤੇ ਤੇ ਆਪਾਂ ਸਾਰਿਆਂ ਨੇ ਕਿਵੇਂ ਲੈ ਕੇ ਜਾਣਾ ਹੈ। ਹਰੇਕ ਕੋਈ ਆਪੋ ਆਪਣੀ ਸਮਰੱਥਾ ਮੁਤਾਬਕ, ਆਪੋ ਆਪਣੀ ਕਪੈਸਿਟੀ ਮੁਤਾਬਕ ਆਪਾਂ ਸਾਰੇ ਉਹਦੇ 'ਚ ਹਿੱਸਾ ਜਿਹੜਾ ਉਹ ਪਾਈਏ, ਆਪਣਾ ਰੋਲ ਅਦਾ ਕਰੀਏ। ਤੇ ਮੈਂ ਸਮਝਦਾ ਕਿ ਇਸ ਪੰਜਾਬ ਨੂੰ ਮੂਲ ਦੁਆਰਾ ਰੰਗਾਂ ਤੇ ਖੁਸ਼ਹਾਲ ਬਣਾਉਣ ਦੇ ਵਿੱਚ ਬਹੁਤਾ ਸਮਾਂ ਜਿਹੜਾ ਉਹ ਨਹੀਂ ਲੱਗਣਾ। ਔਰ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ, ਜੰਮੂ ਸਾਹਿਬ ਨੇ ਵੀ ਗੱਲ ਕੀਤੀ, ਛੱਬਰ ਸਾਹਿਬ ਨੇ ਵੀ ਗੱਲ ਕੀਤੀ ਕਿ ਹਮੇਸ਼ਾ ਗੱਲ ਪਹਿਲਾਂ ਪੰਜਾਬ ਦੇ ਮਾਡਲ ਦੀ ਹੁੰਦੀ ਸੀਗੀ, ਪੰਜਾਬ ਪੈਟਰਨ ਦੀ ਹੁੰਦੀ ਸੀਗੀ। ਆਪਾਂ ਨੂੰ ਇਹ ਵੀ ਸੋਚਣਾ ਪਊਗਾ, ਇਹ ਵੀ ਇਹਦੇ ਵਾਸਤੇ ਵੀ ਬੜੇ ਨਿਊਟਰਲ ਤਰੀਕੇ ਦੇ ਨਾਲ ਪੂਰੀ ਕੈਨਵਸ, ਪੂਰੇ ਵੱਡੇ ਕੈਨਵਸ ਦੇ ਵਿੱਚ ਹਰੇਕ ਪਹਿਲੂ ਤੋਂ ਦੇਖਣਾ ਸੋਚਣਾ ਪਊਗਾ ਕਿ ਇਹੋ ਜਿਹਾ ਕੀ ਹੋਇਆ ਹੈ ਕਿ ਤਕਰੀਬਨ 60-65 ਸਾਲਾਂ ਦੇ ਵਿੱਚ ਹੀ ਉਹ ਹਰਿਆਣਾ ਜਾਂ ਉਹ ਹਿਮਾਚਲ ਜਿਹੜੇ ਸਾਡੇ ਕੋਲੋਂ, ਅਸੀਂ ਗੱਲ ਕੀਤੀ ਅੱਜ ਤੋਂ 65 ਸਾਲ ਪਹਿਲਾਂ ਕਿ ਜੀ ਪੰਜਾਬੀ ਸੂਬਾ ਉਹਨਾਂ ਦੇ ਸਰਕਾਰਾਂ ਨੇ ਬਥੇਰਾ ਰੌਲਾ ਪਾਇਆ, ਪੰਜਾਬੀ ਸੂਬੇ ਤੋਂ ਘਰ ਨੂੰ ਆਪਦਾ ਤੋੜ ਵੀ ਲਿਆ, 2 ਹਿੱਸੇ ਨਿਕਲ ਵੀ ਗਏ ਵਿੱਚੋਂ, ਤੇ ਅੱਜ ਆਪਾਂ ਉਹਨਾਂ ਨਾਲੋਂ ਵੀ ਪਿੱਛੇ ਆ 65 ਸਾਲਾਂ ਦੇ ਵਿੱਚ। ਇਹਦੇ ਬਾਰੇ ਵੀ ਮੈਂ ਸਮਝਦਾ ਕਿ ਮੇਰੇ ਤੋਂ ਉਦੋਂ ਪੈਦਾ ਵੀ ਨਹੀਂ ਹੋਇਆ ਸੀਗਾ, ਡਾਕਟਰ ਸਾਹਿਬ ਉਹਨਾਂ ਕੋਲ ਹਰੀ ਸਿੰਘ ਉਹਨਾਂ ਕੋਲ ਬੈਠਾਂਗੇ ਤੇ ਸਮਝਾਂਗੇ ਕਿ ਕੀ ਹੋਇਆ ਜਿਹੜਾ ਪਿਛਲੇ ਸਮੇਂ ਦੇ ਵਿੱਚ ਗਲਤ ਹੋਇਆ, ਜਿਹੜਾ ਨਹੀਂ ਹੋਣਾ ਚਾਹੀਦਾ ਸੀਗਾ, ਤੇ ਹੁਣ ਉਹਨਾਂ ਦੀ ਕੋਰਸ ਕਰੈਕਸ਼ਨ ਕਿਵੇਂ ਹੋ ਸਕਦੀ ਹੈ। ਜੋ ਹੋ ਗਿਆ ਠੀਕ ਹੈ, ਉਹਦੀ ਕੋਰਸ ਕਰੈਕਸ਼ਨ ਮੁੜ ਕੇ ਦੁਬਾਰਾ ਪਰ ਰਲ ਮਿਲ ਕੇ ਕਿਵੇਂ ਲੀਹਾਂ ਦੇ ਉੱਪਰ ਚਾੜਨਾ। ਸੋ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਹਰਿਆਣਾ ਪੈਟਰਨ ਦੀ ਗੱਲ ਹੁੰਦੀ ਹੈ। ਹਰਿਆਣਾ ਛੋਟੇ ਭਰਾ ਤੋਂ ਵੱਡਾ ਭਰਾ, ਇਹਦੇ 'ਚ ਮੈਨੂੰ ਕਹਿਣ ਦੇ ਵਿੱਚ ਕੋਈ ਸੰਗ ਦੀ ਕੋਈ ਗੁਰੇਜ਼ ਨਹੀਂ ਕਿ ਛੋਟੇ ਭਰਾ ਤੋਂ ਵੱਡਾ ਭਰਾ ਪਿਛਲੇ ਸਮਿਆਂ ਦੀਆਂ ਰਾਜ ਭਾਗਾਂ ਨੇ ਪਿੱਛੇ ਕਰ ਦਿੱਤਾ, ਵੱਡਾ ਭਰਾ ਪਿੱਛੇ ਰਹਿ ਗਿਆ। ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹਨੂੰ ਅੱਗੇ ਲੈ ਕੇ ਜਾਣਾ। ਔਰ ਜਿੱਦ ਤੱਕ ਗੱਲ ਕੀਤੀ, ਸੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ। ਜੰਮੂ ਸਾਹਿਬ ਨੇ ਹੁਕਮ ਕੀਤੇ ਨੇ, ਪ੍ਰਧਾਨ ਜੀ ਨੇ, ਨੌਲੀ ਸਾਹਿਬ ਨੇ ਜਿਹੜਾ ਮੰਗ ਪੱਤਰ ਹੈ ਉਹ ਦਿੱਤਾ ਹੈ। ਜੰਮੂ ਸਾਹਿਬ, ਇਹ ਤੁਹਾਡਾ ਮੰਗ ਪੱਤਰ ਨਹੀਂ ਹੈ ਜੀ, ਇਹ ਮੇਰੇ ਲਈ ਮੱਥੇ ਨਾਲ ਲਾਉਣਾ, ਮੇਰੇ ਲਈ ਹੁਕਮ ਪੱਤਰ ਹੈ। ਤੇ ਇਹਦੇ ਬਾਰੇ ਜਿੰਨੇ ਵੀ ਤੁਸੀਂ ਇਸ਼ੂਜ਼ ਨੇ ਜਿਹੜੇ ਉਹ CM ਸਾਹਿਬ ਉਹਨਾਂ ਦੇ ਨਾਲ ਗੱਲ ਕਰਕੇ ਤੁਸੀਂ ਮੈਨੂੰ ਪਹਿਲਾਂ ਭੇਜਿਆ ਸੀਗਾ, ਥੋੜ੍ਹੀ ਜਿਹੀ ਇੱਕ ਦਿਨ ਡਿਸਕਸ਼ਨ ਹੋ ਗਈ ਸੀ, ਪਰ ਫਿਰ ਉਸ ਤੋਂ ਬਾਅਦ ਉਹਨਾਂ ਦੇ ਰੁਝੇਵੇਂ ਸੀਗੇ, ਫਿਰ 3-4 ਦਿਨ ਮੈਂ ਵੀ ਬਾਹਰ ਸੀਗਾ ਤੇ ਡਿਟੇਲ ਦੇ ਵਿੱਚ ਧਿਆਨ ਉਹਨਾਂ ਦੇ ਲਿਆਤਾ ਸੀਗਾ, ਪਰ ਉਹਦੇ ਬਾਰੇ ਕਿਸੇ ਬਾਰੇ ਵੀ ਹਜੇ ਇਨ ਜਰਨਲ ਡਿਸਕਸ਼ਨ ਹੋ ਗਈ ਸੀ, ਪਰ ਕੰਕਰੀਟ ਫੈਸਲਾ ਜਿਹੜਾ ਹਜੇ ਹੋਇਆ ਨਹੀਂ ਸੀਗਾ। ਸੋ ਮੈਨੂੰ ਤੁਸੀਂ ਥੋੜ੍ਹਾ ਜਿਹਾ ਸਮਾਂ ਦਿਓ, ਇਹਨਾਂ ਤੁਹਾਡੇ ਸਾਰੇ ਮਸਲਿਆਂ ਦੇ ਉੱਪਰ ਬੜੀ ਜਲਦੀ ਹੀ CM ਸਾਹਿਬ ਦੇ ਨਾਲ, ਕਿਉਂਕਿ ਇਹਨਾਂ 'ਚੋਂ ਕਈ ਇਸ਼ੂਜ਼ ਨੇ ਜਿਹੜੇ ਉਹ ਸਿਰਫ ਔਰ ਸਿਰਫ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨਾਲ ਹੀ ਸੰਬੰਧਿਤ ਨਹੀਂ ਹੈਗੇ, ਕੋਈ ਟਰਾਂਸਪੋਰਟ ਦੇ ਨਾਲ ਸੰਬੰਧਿਤ ਹੈ, ਕੋਈ ਵੱਖ-ਵੱਖ ਮਹਿਕਮਿਆਂ ਦੇ ਨਾਲ ਸੰਬੰਧਿਤ ਨੇ। ਉਹਨਾਂ ਸਾਰਿਆਂ ਨੂੰ ਔਨ ਬੋਰਡ ਲੈ ਕੇ ਜਿਹੜਾ ਬੜੀ ਜਲਦੀ ਹੀ ਕੁਛ ਨਾ ਕੁਛ ਇਹਨਾਂ ਦੇ ਉੱਪਰ ਕੰਕਰੀਟ ਸੋਲਿਊਸ਼ਨ ਹੈ ਜਿਹੜਾ ਉਹ ਕੱਢ ਕੇ ਦੇਵਾਂਗੇ। ਇੱਕ ਐਕ੍ਰੈਡੀਟੇਸ਼ਨ ਕਮੇਟੀ ਦੀ ਤੁਸੀਂ ਸ਼ਾਇਦ ਗੱਲ ਕਰ ਰਹੇ ਜੀ ਕਾਫੀ ਲੰਬੇ ਸਮੇਂ ਤੋਂ, ਉਹਦੇ ਬਾਰੇ ਜਿਹੜਾ ਮੈਂ ਅੱਜ ਹੀ ਡਿਪਾਰਟਮੈਂਟ ਨੂੰ ਪਹਿਲਾਂ ਉਸ ਦਿਨ ਕਹਿੰਦਾ ਸੀਗਾ, ਤੇ ਅੱਜ ਸਵੇਰੇ ਵੀ ਇਹਦੇ ਬਾਰੇ ਪ੍ਰਿੰਸੀਪਲ ਸੈਕਟਰੀ ਔਰ ਡਾਇਰੈਕਟਰ ਮੈਡਮ ਆਏ ਹੋਏ ਸੀਗੇ ਮੇਰੇ ਕੋਲ। ਮੈਂ ਉਹਨਾਂ ਨੂੰ ਕਿਹਾ ਸੀਗਾ, ਕਿਉਂਕਿ ਪਹਿਲਾਂ ਵੀ ਇੱਕ ਵਾਰੀ ਗੱਲ ਇਹਦੀ ਇਹ ਡਿਸਕਸ ਹੋਈ ਸੀਗੀ। ਸੋ ਇਹਨਾਂ ਤੁਹਾਡੇ ਸਾਰੇ ਇਸ਼ੂਜ਼ ਨੂੰ ਬੜੀ ਜਲਦੀ ਹੀ CM ਸਾਹਿਬ ਦੇ ਨਾਲ ਡਿਸਕਸ਼ਨ ਕਰਨ ਤੋਂ ਬਾਅਦ ਤੁਹਾਨੂੰ ਇਹ ਕੋਈ ਨਾ ਕੋਈ ਬੜੀ ਜਲਦੀ ਪੁਸ਼ਪਾਵਲੀ ਜਿਹੜੀ ਉਹ ਸੁਣਾਵਾਂਗੇ। ਸੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ
बहुत बहुत धन्यवाद। और मैं ਤੁਹਾਨੂੰ ਇਹ ਵਿਸ਼ਵਾਸ ਦੇ ਨਾਲ ਬੜੇ ਹੌਸਲੇ ਦੇ ਨਾਲ ਮੈਂ ਕਹਿ ਸਕਦਾ ਕਿ ਸਾਡੀ ਸਰਕਾਰ ਹੈ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ, ਉਹ ਪੱਤਰਕਾਰ ਭਾਈਚਾਰੇ ਦੇ ਨਾਲ, ਜਰਨਲਿਸਟ ਦੇ ਨਾਲ, ਕਿਉਂਕਿ ਜਿੱਥੋਂ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਸੀਗੀ, ਤੁਸੀਂ ਆਈਨਾ ਹੋ, ਤੁਸੀਂ ਮਿਰਰ ਹੋ ਸਮਾਜ ਨੂੰ। ਸਾਨੂੰ ਜੇ ਕਿਤੇ ਗਲਤੀ ਕਰਾਂਗੇ ਉਹ ਦੱਸਣ ਦਿਖਾਉਣ ਦੇ ਵਿੱਚ ਵੀ ਜੇ ਆਪਾਂ ਨਾਲ ਮਿਲ ਕੇ ਸਾਰੇ ਪੰਜਾਬ ਨੂੰ ਆਪਾਂ ਅੱਗੇ ਕਿਵੇਂ ਲੈ ਕੇ ਜਾਣਾ, ਉਹਦੇ 'ਚ ਤੁਹਾਡਾ ਵਡਮੁੱਲਾ ਯੋਗਦਾਨ ਹੈ ਜਿਹੜਾ ਉਹ ਸਾਨੂੰ ਹਮੇਸ਼ਾ ਚਾਹੀਦਾ ਹੋਊਗਾ। ਸੋ ਇਹਦੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਦਿਲ ਦੇ ਗਹਿਰਾਈ 'ਚੋਂ ਬਹੁਤ ਬਹੁਤ ਧੰਨਵਾਦ। ਜੈ ਹਿੰਦ।